नमस्कार, आदाब, सत श्री अकाल। मैं किरण शाह रचना कविता मेरी रूह चैनल ਤੇ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਜੀ। ਮੈਂ ਲੈ ਕੇ ਹਾਜ਼ਰ ਹੋਈ ਹਾਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਐਪੀਸੋਡ 5। ਦੋਸਤੋ, ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਕਿਸੇ ਵੀ ਦੇਸ਼ ਬਾਰੇ ਜੇਕਰ ਅਸੀਂ ਜਾਣਨਾ ਹੋਵੇ ਤਾਂ ਉੱਥੋਂ ਦੇ ਸਾਹਿਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉੱਥੋਂ ਦੇ ਲੋਕ ਕਿਹੋ ਜਿਹੇ ਹਨ, ਉੱਥੋਂ ਦੇ ਲੋਕਾਂ ਦਾ ਖਾਣ ਪੀਣ ਕਿਹੋ ਜਿਹਾ ਹੈ, ਕਿਹੋ ਜਿਹਾ ਉੱਥੋਂ ਦਾ ਸੱਭਿਆਚਾਰ ਹੈ। ਇਹ ਸਾਰਾ ਕੁਝ ਸਾਨੂੰ ਉੱਥੋਂ ਦੇ ਸਾਹਿਤ ਬਾਰੇ ਪੜ੍ਹ ਕੇ ਹੀ ਪਤਾ ਲੱਗਦਾ ਹੈ। ਤੇ ਸਾਹਿਤਕਾਰ ਹਮੇਸ਼ਾ ਜੋ ਲਿਖਦੇ ਨੇ ਉਹੀ ਲਿਖਦੇ ਨੇ ਜੋ ਸਮਾਜ ਵਿੱਚ ਦੇਖਦੇ ਨੇ। ਤਾਂ ਸ਼ਬਦਾਂ ਦੇ ਵਿੱਚ ਪਰੋਣ ਵਾਲੇ ਆਪਣੇ ਸਮਾਜ ਨੂੰ, ਆਪਣੇ ਆਸ-ਪਾਸ ਨੂੰ, ਸਾਡੇ ਲਈ ਉਹ ਸਾਹਿਤਕਾਰ ਹਮੇਸ਼ਾ ਅਦਬ ਤੇ ਸਤਿਕਾਰ ਦੇ ਪਾਤਰ ਹੁੰਦੇ ਹਨ। ਅਸੀਂ ਵੀ ਉਹਨਾਂ ਦਾ ਅਦਬ ਤੇ ਸਤਿਕਾਰ ਕਰਦੇ ਹਾਂ। ਸੋ ਦਿਲ ਦੀਆਂ ਗੱਲਾਂ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਸਾਹਿਤਕਾਰਾਂ ਦੇ ਨਾਲ ਕਰਵਾਉਂਦੇ ਹਾਂ। ਸੋ ਅੱਜ ਜਿਸ ਹਸਤੀ ਨੂੰ ਮੈਂ ਤੁਹਾਡੇ ਨਾਲ ਮਿਲਾਉਣ ਜਾ ਰਹੀ ਹਾਂ, ਨੇ ਆਪਣੇ ਸ਼ਬਦਾਂ ਵਿੱਚ ਸਮਾਜ ਸੁਧਾਰ ਦੀ ਗੱਲ ਕੀਤੀ ਹੈ, ਔਰਤਾਂ ਦੀ ਗੱਲ ਕੀਤੀ ਹੈ, ਦਹੇਜ ਦੀ ਸਮੱਸਿਆ ਦੀ ਗੱਲ ਕੀਤੀ ਹੈ ਤੇ ਹੋਰ ਵੀ ਬਹੁਤ ਸਾਰੇ ਜੋ ਸਮਾਜ ਵਿੱਚ ਮਸਲੇ ਨੇ ਉਹਨਾਂ ਦੀ ਗੱਲ ਕੀਤੀ ਹੈ। ਉਹਨਾਂ ਦੀ ਕਲਮ ਨੇ, ਉਹਨਾਂ ਦੀ ਲੇਖਣੀ ਨੇ, ਉਹਨਾਂ ਦੇ ਸ਼ਬਦਾਂ ਨੇ ਹਰੇਕ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਤੋ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੀ ਹਾਂ ਉਹ ਨੇ ਪ੍ਰਭਜੋਤ ਕੌਰ ਢਿੱਲੋਂ। ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਬਹੁਤ ਵਧੀਆ, ਫਸਟ ਕਲਾਸ, ਚੜ੍ਹਦੀ ਕਲਾ ਚ। ਹਾਂਜੀ, ਚੜ੍ਹਦੀ ਕਲਾ ਚ ਹੀ ਰਹਿਣਾ ਚਾਹੀਦਾ। ਬਿਲਕੁਲ। ਮੈਂ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦੀ ਹਾਂ ਮੈਮ ਜੀ। ਥੈਂਕ ਯੂ, ਸ਼ੁਕਰੀਆ ਜੀ, ਬਹੁਤ ਬਹੁਤ। ਪ੍ਰਭਜੋਤ ਜੀ, ਜਦੋਂ ਵੀ ਅਸੀਂ ਕਿਸੇ ਵੀ ਸਾਹਿਤਕਾਰ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਤਾਂ ਸਾਡਾ ਸਭ ਤੋਂ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਤੁਸੀਂ ਕਦੋਂ ਲਿਖਣਾ ਸਟਾਰਟ ਕੀਤਾ। ਸੋ ਪ੍ਰਭਜੋਤ ਢਿੱਲੋਂ ਜੀ, ਤੁਹਾਡੀ ਲਿਖਣ ਦੀ ਸ਼ੁਰੂਆਤ ਕਦੋਂ ਹੋਈ? ਮੈਂ ਕਾਲਜ ਟਾਈਮ ਤੋਂ ਲਿਖਦੀ ਸੀਗੀ, ਕਾਲਜ ਦੇ ਮੈਗਜ਼ੀਨ ਜਿਹੜੇ ਸੀਗੇ, ਪਰ ਉਹ ਜਿਸ ਤਰ੍ਹਾਂ 2 ਸਾਲ MA ਦੇ ਵਿੱਚ ਮੈਂ ਲਿਖਿਆ। ਹਾਂਜੀ। ਤੇ ਉਸ ਤੋਂ ਬਾਅਦ ਮੈਂ ਨਹੀਂ ਲਿਖਿਆ, ਆਲਮੋਸਟ ਬੰਦ ਹੀ ਸੀਗਾ। ਤੇ ਉਹ ਚਿੰਨ੍ਹ ਵੀ ਕਿਤੇ ਨਾ ਕਿਤੇ ਹੈ ਸੀ। ਤੋ 1999-91 ਚ ਮੈਂ ਥੋੜ੍ਹਾ ਜਿਹਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਿਖਿਆ ਸੀ, ਪਰ ਸ਼ਾਇਦ 1 ਜਾਂ 2 ਆਰਟੀਕਲ ਜਾਂ ਲੈਟਰ ਟੂ ਐਡੀਟਰ ਇੱਦਾਂ ਗਏ ਸੀਗੇ। ਉਸ ਤੋਂ ਬਾਅਦ ਮੈਂ ਫਿਰ ਬੰਦ ਕਰ ਦਿੱਤਾ, ਮੈਂ ਨਹੀਂ ਲਿਖਿਆ। ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੇਰੇ ਹਸਬੈਂਡ 에ਅਰਫੋਰਸ ਆਫਿਸਰ ਨੇ ਤੇ ਮੈਂ ਉਹਨਾਂ ਦੇ ਨਾਲ ਹੀ ਪੰਜਾਬ ਤੋਂ ਬਾਹਰ ਹੀ ਰਹੀ ਹਾਂ। ਇਸ ਕਰਕੇ ਮੈਂ ਦੁਬਾਰਾ ਜਦੋਂ 2005 ਦੇ ਵਿੱਚ ਮੈਂ ਚੰਡੀਗੜ੍ਹ ਆ ਕੇ ਦੁਬਾਰਾ ਮੋਹਾਲੀ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਮੈਂ ਲਗਾਤਾਰ 2005 ਤੋਂ ਮੈਂ ਲਗਾਤਾਰ ਲਿਖਦੀ ਹਾਂ ਜੀ। ਪ੍ਰਭਜੋਤ ਜੀ, ਤੁਹਾਡੀ ਲੇਖਣੀ ਬਾਰੇ ਗੱਲਾਂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹਾਂਗੇ। ਆਪਣੇ ਪਰਿਵਾਰ ਬਾਰੇ ਦੱਸੋ। ਬਿਲਕੁਲ। ਮੈਂ ਜਿਹੜਾ ਮੇਰਾ ਜਨਮ ਹੈ, ਜਿੱਥੇ ਮੇਰਾ ਪਰਿਵਾਰ ਹੈ, ਪੇਕਿਆਂ ਦਾ ਪਰਿਵਾਰ ਨੂੰ ਇਸ ਵੇਲੇ ਅਸੀਂ ਕਹਿ ਸਕਦੇ ਹਾਂ, ਉਹ ਮੇਰਾ ਪਿੰਡ ਲਰਬੇਟ ਹੈ, ਡਿਸਟ੍ਰਿਕਟ ਹੈ। ਔਰ ਮੇਰੇ ਫਾਦਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸੀਗੇ, ਬਲਾਕ ਐਜੂਕੇਸ਼ਨ ਰਿਟਾਇਰਡ ਹੋਏ ਸੀਗੇ ਔਰ ਉਹ ਇਸ ਵੇਲੇ ਦੁਨੀਆ 'ਤੇ ਨਹੀਂ। ਮੇਰੇ ਮੰਮਾ ਮਿਸਿਸ ਪ੍ਰਿਤਪਾਲ ਕੌਰ ਭੁੱਲਰ ਔਰ ਮੇਰੇ ਫਾਦਰ ਜਿਹੜੇ ਸੀਗੇ ਉਹ ਸਰਦਾਰ ਬਲਵੰਤ ਸਿੰਘ ਭੁੱਲਰ ਸੀਗੇ। ਪਰਿਵਾਰ ਮੇਰਾ ਸਾਰਾ ਬਹੁਤ ਪੜ੍ਹਿਆ ਲਿਖਿਆ ਸੀਗਾ, ਵੈਲ ਐਜੂਕੇਟਡ। ਤਾਇਆ ਚਾਚਾ ਜੀ ਜਿਹੜੇ ਨੇ ਉਹ ਵੀ ਸਾਰੇ ਪੜ੍ਹੇ ਹੋਏ ਨੇ। ਔਰ ਮੇਰੇ 2 ਬ੍ਰਦਰ ਨੇ, ਇੱਕ ਬਾਹਰ ਹੈ ਔਰ ਇੱਕ ਪਿੰਡ ਖੇਤੀ ਕਰਦਾ ਹੈ। ਅੱਛਾ ਜੀ। ਮੇਰਾ ਵਿਆਹ ਜਿਹੜਾ ਹੈ ਉਹ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੋਇਆ। ਸਾਡਾ ਪਿੰਡ ਬਾਬਾ ਬਕਾਲਾ ਸਾਹਿਬ ਦੇ ਕੋਲ ਹੈ। ਔਰ ਮੇਰੇ ਹਸਬੈਂਡ 에ਅਰਫੋਰਸ ਆਫਿਸਰ ਸੀਗੇ, ਫਲਾਇੰਗ ਬ੍ਰਾਂਚ ਦੇ ਨੇ। ਔਰ ਫੁੱਲ ਕਰਨਲ ਦਾ ਰੈਂਕ ਇਹਨਾਂ ਦਾ ਹੁੰਦਾ, ਗਰੁੱਪ ਕੈਪਟਨ। ਇਹਨਾਂ ਦੇ ਵੱਡੇ ਬ੍ਰਦਰ ਸੀ, ਉਹ ਵੀ ਕਰਨਲ ਸੀ। 2 ਮੇਰੀਆਂ ਨਣਦਾਂ ਸੀ, ਇੱਕ ਦਾ ਹਸਬੈਂਡ IAS ਸੀ, ਉਹ ਵੀ ਇਸ ਦੁਨੀਆ 'ਚ ਦੋਨੋਂ ਹੀ ਨਹੀਂ ਹੈ। ਔਰ ਇੱਕ ਮੇਰੀ ਨਣਦ ਛੋਟੀ ਜਿਹੜੀ, ਉਹਨਾਂ ਦਾ ਹਸਬੈਂਡ 에ਅਰਫੋਰਸ ਦੇ ਵਿੱਚੋਂ ਹੀ ਵਿੰਗ ਕਮਾਂਡਰ ਲੈਫਟੀਨੈਂਟ ਕਰਨਲ ਰਿਟਾਇਰਡ ਹੈ। ਔਰ ਮੇਰਾ ਇੱਕ ਬੇਟਾ।
ਫਿਰ ਤੇ ਤੁਸੀਂ ਸਾਡੇ ਸ਼ਹਿਰ ਦੇ ਨਿਕਲੇ, ਅੰਮ੍ਰਿਤਸਰ। ਬਿਲਕੁਲ, ਤੁਹਾਡੇ ਨਾਲ ਜ਼ਰੂਰ ਮੁਲਾਕਾਤ ਕਰਾਂਗੇ। ਬਿਲਕੁਲ। ਔਰ ਮੇਰਾ ਇੱਕ ਬੇਟਾ ਹੈ ਜਿਹੜਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਉਹਨੇ ਇੰਜੀਨੀਅਰਿੰਗ ਕੀਤੀ ਹੋਈ ਹੈ। MBA ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਕੀਤੀ ਹੋਈ, ਚੰਡੀਗੜ੍ਹ ਤੋਂ, ਪੰਜਾਬ ਯੂਨੀਵਰਸਿਟੀ ਤੋਂ। ਔਰ ਇੱਕ ਡਿਪਲੋਮਾ, ਪੋਸਟ ਗ੍ਰੈਜੂਏਟ ਡਿਪਲੋਮਾ ਸੀਗਾ, ਉਹ ਕੈਨੇਡਾ ਤੋਂ ਕਰਕੇ ਆਇਆ ਹੋਇਆ। ਔਰ ਇੱਕ ਸੈਟ ਕਰਕੇ ਹੁੰਦਾ IT ਦਾ, ਉਹ ਕਲੀਅਰ ਹੈਗਾ। ਔਰ ਇਸ ਵੇਲੇ HDFC ਬੈਂਕ ਦੇ ਉੱਤੇ ਬੈਂਕ ਦੇ ਵਿੱਚ ਉਹ ਐਜ਼ ਏ ਆਫਿਸਰ ਹੈ। ਓਕੇ। ਸੋ ਪ੍ਰਭਜੋਤ ਮੈਮ ਜੀ, ਤੁਹਾਡੇ ਸ਼ੌਂਕ ਕਿਹੜੇ ਕਿਹੜੇ ਹਨ? ਪੜ੍ਹਨ ਲਿਖਣ ਤੋਂ ਇਲਾਵਾ ਤੁਸੀਂ ਆਪਣੀ ਵਿਦਿਆ ਬਾਰੇ ਵੀ ਦੱਸੋ। ਬਿਲਕੁਲ, ਮੈਨੂੰ ਜ਼ਿਆਦਾ ਜਿਹੜਾ ਹੈ, ਮੈਂ ਅਖਬਾਰਾਂ ਬਹੁਤ ਪੜ੍ਹਦੀ ਹਾਂ। ਔਰ ਉਹਦੇ ਵਿੱਚ ਮੈਨੂੰ ਜ਼ਿਆਦਾ ਕਰਕੇ ਮੈਂ ਐਡੀਟੋਰੀਅਲ ਹੋ ਗਿਆ ਔਰ ਸੰਪਾਦਕੀਆਂ ਮੈਂ ਬਹੁਤ ਪੜ੍ਹਦੀ ਹਾਂ। ਮਿਡਲ ਜਿੰਨਾ ਵੀ ਹੈ ਉਹ ਸੈਂਟਰ ਵਾਲਾ ਮਿਡਲ ਜਿੰਨੇ ਵੀ ਹੈ ਉਹ ਸਾਰੇ ਮੈਂ ਉਹ ਜ਼ਿਆਦਾ ਪੜ੍ਹਦੀ ਹਾਂ, ਕਿਉਂਕਿ ਖਬਰਾਂ ਸਾਰਾ ਦਿਨ ਇਸ ਵੇਲੇ ਸੋਸ਼ਲ ਮੀਡੀਆ ਦਾ ਟਾਈਮ ਹੈਗਾ, ਸਾਰਾ ਦਿਨ ਸਾਨੂੰ ਪਤਾ ਲੱਗ ਜਾਂਦੀਆਂ ਨੇ। ਪਰ ਮੈਂ ਪੜ੍ਹਦੀ ਜ਼ਰੂਰ ਹੈ, ਅਖਬਾਰਾਂ ਮੈਂ ਬਹੁਤ ਪੜ੍ਹਦੀ ਹਾਂ, ਆਰਟੀਕਲ ਮੈਂ ਬਹੁਤ ਪੜ੍ਹਦੀ ਹਾਂ। ਔਰ ਐਡੀਟੋਰੀਅਲ ਮੈਂ ਜ਼ਰੂਰ ਪੜ੍ਹਦੀ ਹਾਂ, ਜਿੰਨੀਆਂ ਵੀ ਅਖਬਾਰਾਂ ਨੈੱਟ 'ਤੇ ਵੀ ਫੁੱਲ ਜਾਣ ਦਾ ਜੋ ਵੀ ਹੈ ਮੈਂ ਉਹ ਜ਼ਰੂਰ ਪੜ੍ਹਦੀ ਹਾਂ। ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ, ਮੈਂ MA ਪੰਜਾਬੀ 80 ਦੇ ਵਿੱਚ, 180 ਦੇ ਵਿੱਚ DAV ਕਾਲਜ ਜਲੰਧਰ ਤੋਂ ਮੈਂ ਹੋਈ ਹੈ ਜੀ। ਅੱਛਾ ਜੀ, ਠੀਕ ਹੈ ਜੀ। ਸੋ ਮੈਮ ਜੀ, ਤੁਹਾਡੀਆਂ ਕਿਹੜੀਆਂ ਕਿਹੜੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਉਹਨਾਂ ਦੇ ਨਾਮ ਵੀ ਦੱਸੋ। ਬਿਲਕੁਲ, ਮੇਰੀ ਪਹਿਲੀ ਕਿਤਾਬ ਸੀਗੀ ਜ਼ਿੰਮੇਵਾਰ ਕੌਣ। ਸੈਕਿੰਡ ਜਿਹੜੀ ਸੀਗੀ ਸੱਚ ਦਾ ਸੂਰਜ। ਤੀਸਰੀ ਜਿਹੜੀ ਸੀਗੀ ਆਪਣੀ ਪੀੜੀ ਹੇਠਾਂ ਸੋਟਾ ਫੇਰੋ। ਅੱਛਾ ਜੀ, ਸੋਟਾ ਫੇਰੀਏ। ਉਹਦੇ ਨਾਲ ਹੀ ਜਿਹੜੀ ਸੀਗੀ ਕਿਸਾਨੀ ਅੰਦੋਲਨ ਦੇ ਉੱਤੇ ਆਈ ਸੀ, ਸੱਚ ਹੱਕ ਦੀ ਆਵਾਜ਼ ਕਿਸਾਨ ਅੰਦੋਲਨ। ਉਸ ਤੋਂ ਬਾਅਦ ਆਈ ਸੀਗੀ ਸ਼ੀਸ਼ਾ ਝੂਠ ਨਹੀਂ ਬੋਲਦਾ। ਔਰ ਉਹਦੇ ਤੋਂ ਬਾਅਦ ਆਈ ਸੀ ਮੋਤੀਆਂ ਦਾ ਛੱਜ। ਔਰ 7ਵੀਂ ਕਿਤਾਬ ਜਿਹੜੀ ਮੇਰੀ ਉਹ ਪਬਲਿਸ਼ ਹੋ ਕੇ ਆ ਗਈ ਹੈ, ਸੋਚ ਬਦਲੋ ਔਰ ਸਮਾਜ ਬਦਲੋ। ਸੋਚ ਬਦਲੋ, ਸਮਾਜ ਬਦਲੋ, ਇਹ ਵੀ ਛਪ ਚੁੱਕੀ ਹੈ ਸਾਰੀ ਜੀ। ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ, ਤੁਸੀਂ ਸਾਹਿਤ ਦਾ ਇੰਨਾ ਕੁਛ ਲਿਖ ਚੁੱਕੇ ਹੋ ਤੇ ਪ੍ਰਕਾਸ਼ਿਤ ਵੀ ਕਰ ਚੁੱਕੇ ਹੋ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪ੍ਰਭਜੋਤ ਮੈਮ ਜੀ, ਤੁਸੀਂ ਦੱਸੋ ਕਿ ਤੁਹਾਡੀ ਇੱਕ ਕਿਤਾਬ ਆਈ ਹੈ ਜ਼ਿੰਮੇਵਾਰ ਕੌਣ, ਹੈ ਨਾ। ਸੋ ਤੁਸੀਂ ਇਸ ਕਿਤਾਬ ਵਿੱਚੋਂ ਕਿਹੋ ਜਿਹੀਆਂ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਹੈ, ਜਾਂ ਕੌਣ ਜ਼ਿੰਮੇਵਾਰ, ਕਿਸ ਵਿਸ਼ੇ ਤੇ ਤੁਸੀਂ ਗੱਲ ਕੀਤੀ ਹੈ ਇਸ ਕਿਤਾਬ ਵਿੱਚ? ਬਿਲਕੁਲ, ਦੇਖੋ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਸਮਾਜ ਦੇ ਵਿੱਚ, ਅਸੀਂ ਮੋਸਟਲੀ ਦੂਸਰੇ ਨੂੰ ਬਲੇਮ ਕਰਦੇ ਹਾਂ, ਹੈ ਨਾ। ਚਾਹੇ ਉਹ ਸਰਕਾਰ ਹੈ, ਚਾਹੇ ਉਹ ਸਿਸਟਮ ਹੈ, ਚਾਹੇ ਪਰਿਵਾਰ ਦੇ ਵਿੱਚ ਹੁੰਦਾ, ਅਸੀਂ ਦੂਸਰੇ ਨੂੰ ਹੀ ਬਲੇਮ ਕਰਦੇ ਹਾਂ, ਆਪਣਾ ਕੁਛ ਵੀ ਨਹੀਂ ਅਸੀਂ ਜਿਹੜਾ ਸੋਚਦੇ ਹੈਗੇ। ਜੇ ਸਿਸਟਮ ਅਸੀਂ ਮੈਂ ਐਕਚੁਅਲੀ ਜਿਹੜਾ ਲਿਖਣਾ ਸ਼ੁਰੂ ਕੀਤਾ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਮੇਰੇ ਹਸਬੈਂਡ ਏਅਰਫੋਰਸ ਦੇ ਵਿੱਚੋਂ ਰਿਟਾਇਰਡ ਨੇ ਔਰ ਮੈਂ ਥਰੂ ਆਊਟ ਹੋਸਟਲ 'ਚ ਪੜ੍ਹੀ ਹਾਂ। ਬੜੀ ਡਿਸਿਪਲਿਨਡ ਜੀ ਲਾਈਫ ਅਸੀਂ ਜੀ ਹੋਈ ਸੀ, ਖੁੱਲੀ ਲਾਈਫ ਜੀ ਸੀਗੀ। ਜਦੋਂ ਅਸੀਂ ਰਿਟਾਇਰਮੈਂਟ ਤੋਂ ਬਾਅਦ ਸਿਵਲ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇੱਕ ਤਾਂ ਰਿਸ਼ਵਤਖੋਰੀ ਬਹੁਤ ਸੀ, ਫਿਰ ਟਾਈਮ ਦਾ ਕਿਸੇ ਨੂੰ ਨਹੀਂ ਸੀ, ਤੁਸੀਂ ਅੱਜ ਆ ਜਾਓ, ਕੱਲ੍ਹ ਆ ਜਾਓ, ਪਰਸੋਂ ਆ ਜਾਓ, ਅੱਜ ਆਹ ਬੰਦਾ ਹੈ ਨਹੀਂ, ਮਤਲਬ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਨੇ ਮੈਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ ਜੀ। ਉਹ ਜਿਹੜਾ ਸੀਗਾ ਉਹਦਾ ਮੈਂ ਇੱਕ ਸਿੱਟਾ ਇਹ ਕੱਢਿਆ ਕਿ ਜ਼ਿੰਮੇਵਾਰ ਅਸੀਂ ਇਕੱਲੀਆਂ ਸਰਕਾਰਾਂ ਨੂੰ ਕਹਿੰਦੇ ਹਾਂ, ਜਾਂ ਅਸੀਂ ਇਹ ਸਰਕਾਰਾਂ ਕਿਉਂ ਜ਼ਿੰਮੇਵਾਰ ਨੇ, ਕੌਣ ਜ਼ਿੰਮੇਵਾਰ ਇਸ ਸਿਸਟਮ ਨੂੰ ਖਰਾਬ ਕਰਨ ਲਈ, ਇਸ ਜਿੰਨਾ ਵੀ ਸਰਕਾਰੀ ਤੰਤਰ ਹੈ, ਸਾਰਾ ਕੁਛ ਜੋ ਸਾਡਾ ਕਲੈਪਸ ਹੋ ਗਿਆ, ਉਹਦੇ ਲਈ ਜ਼ਿੰਮੇਵਾਰ ਕੌਣ ਆ। ਮੈਨੂੰ ਇਹ ਲੱਗਦਾ ਕਿ ਅਸੀਂ ਵੋਟਰ ਜਿਹੜੇ ਆ, ਸਭ ਤੋਂ ਵੱਡੇ ਗੁਨਾਹਗਾਰ ਅਸੀਂ ਆ ਜੀ। ਬਿਲਕੁਲ, ਕਿਉਂਕਿ ਅਸੀਂ ਸਰਕਾਰ ਚੁਣਦੇ ਹਾਂ। ਸਰਕਾਰ ਹੀ ਅੱਗੇ ਸਾਰਾ ਸਰਕਾਰੀ ਤੰਤਰ ਚੁਣਦੀ ਹੈ। ਜਦੋਂ ਅਸੀਂ ਆਪਣੀ ਵੋਟ ਸ਼ਰਾਬ ਦੇ ਕੇ ਪਾਉਂਦੇ ਹਾਂ, ਅਸੀਂ ਪਾਉਂਦੇ ਨਹੀਂ ਹਾਂ, ਅਸੀਂ ਵੇਚਦੇ ਹਾਂ ਜਾਂ ਅਸੀਂ ਸੁੱਟਦੇ ਹਾਂ। ਪਾਉਣ ਵਾਲੇ ਲੋਕ ਬਹੁਤ ਘੱਟ ਹੈਗੇ ਨੇ। ਉਹ ਜਿਹੜਾ ਸੀਗਾ, ਮੈਨੂੰ ਲੱਗਿਆ ਕਿ ਉਹ ਜਿਹੜਾ ਸਰਕਲ ਹੈਗਾ ਕਿ ਅਸੀਂ ਸਰਕਾਰ ਚੁਣਦੇ ਹਾਂ, ਅਸੀਂ ਗਲਤ ਬੰਦਿਆਂ ਨੂੰ ਵੋਟ ਪਾਉਂਦੇ ਹਾਂ, ਉਹ ਸਰਕਾਰ ਬਣ ਕੇ ਗਣਤੰਤਰ ਜਿਹੜਾ ਹੈ ਉਹ ਖਰਾਬ ਕਰਦਾ, ਸਾਰਾ ਸਰਕਾਰੀ ਸਿਸਟਮ ਵਿਗੜ ਗਿਆ। ਔਰ ਉਹ ਵਿਗੜਿਆ ਹੋਇਆ ਸਿਸਟਮ ਜਿਹੜਾ ਹੈ ਉਹ ਸਾਨੂੰ ਤੰਗ ਕਰਦਾ ਜੀ। ਬਿਲਕੁਲ, ਇਸ ਕਰਕੇ ਜ਼ਿੰਮੇਵਾਰ ਤੇ ਹਰ ਕੋਈ ਹੈਗਾ।
ਤੇ ਮੈਂ ਇੱਕ ਕੁਐਸਚਨ ਸਾਰਿਆਂ ਨੂੰ ਕੀਤਾ ਸੀਗਾ, ਉਹਦੇ ਵਿੱਚ ਆਰਟੀਕਲ ਬਹੁਤ ਜ਼ਿਆਦਾ ਨੇ, ਬਹੁਤ ਮੈਂ ਹਰ ਇੱਕ ਵਿਸ਼ੇ ਤੇ ਲਿਖੇ ਨੇ ਕਿ ਕੌਣ ਜ਼ਿੰਮੇਵਾਰ ਆ ਜੇ ਪਾਣੀ ਗੰਦਾ ਆ ਤੇ ਅਸੀਂ ਉਹਦੀ ਜ਼ਿੰਮੇਵਾਰੀ ਕਿਹਦੀ ਆ, ਉਹ ਗੰਦਾ ਕਿਹਨੇ ਕੀਤਾ। ਇੱਕ ਪੋਲਿਊਸ਼ਨ ਬੋਰਡ ਹੈ, ਉਹਦਾ ਕੰਮ ਹੈ ਨੇ ਕਾਰਖਾਨੇਦਾਰ ਉਹ ਜ਼ਿੰਮੇਵਾਰ ਵੀ ਹੋ ਸਕਦੇ ਨੇ, ਜਿਹੜਾ ਸਾਡਾ ਨਗਰ ਕੌਂਸਲਾਂ ਨੇ, ਨਗਰ ਨਿਗਮ ਨੇ, ਕਾਰਪੋਰੇਸ਼ਨਾਂ ਨੇ, ਉਹ ਜ਼ਿੰਮੇਵਾਰ ਨੇ ਕਿਉਂਕਿ ਸੀਵਰੇਜ ਤਾਂ ਪਾਣੀ ਉਹਦੇ ਚ ਪਾਉਣਾ ਸ਼ੁਰੂ ਕੀਤਾ ਹੋਇਆ ਹੈ। ਫਿਰ ਉਹ ਜ਼ਿੰਮੇਵਾਰ ਕੌਣ ਆ ਇਹਦੇ ਵਿੱਚ? ਮੇਰੇ ਸਾਰੇ ਜਿਹੜੇ ਇੱਕ ਮੈਂ ਤੁਹਾਨੂੰ ਇੱਥੇ ਸਾਰੀ ਜਿਹੜੀਆਂ ਮੇਰੀਆਂ ਕਿਤਾਬਾਂ ਨੇ ਇਹਦੇ ਵਿੱਚ ਕੋਈ 5-7 ਆਰਟੀਕਲ 7 ਕਿਤਾਬਾਂ ਦੇ ਵਿੱਚ ਹੀ ਮੈਂ ਗੱਲ ਕਰ ਰਹੀ ਹਾਂ। ਬਹੁਤ ਘੱਟ ਇਹੋ ਜਿਹੇ ਆਰਟੀਕਲ ਨੇ ਜਿਹੜੇ ਛਪੇ ਹੋਏ ਨਹੀਂ ਹੋਣਗੇ। ਇਹ ਸਾਰੇ ਆਰਟੀਕਲ ਜਿਹੜੇ ਨੇ ਅਖਬਾਰਾਂ ਦੇ ਛਪੇ ਹੋਏ ਨੇ, ਅਖਬਾਰਾਂ ਦੇ ਵਿੱਚ ਛਪ ਚੁੱਕੇ ਨੇ ਔਰ ਉਹਨਾਂ ਨੂੰ ਮੈਂ ਇਕੱਠੇ ਕੀਤਾ ਹੈਗਾ। ਸੋ ਇਹ ਤੁਸੀਂ ਇੱਕ ਇਹ ਹੈਗਾ ਕਿ ਇਹਦੇ ਵਿੱਚ ਕੋਈ ਇੱਦਾਂ ਦੀ ਚੀਜ਼ ਨਹੀਂ ਪੜ੍ਹਨ ਨੂੰ ਮਿਲੇਗੀ ਕਿ ਉਹ ਕਿਸੇ ਨੂੰ ਡਿਸਟਰਬ ਕਰੇ ਜਾਂ ਉਹ ਕਿਸੇ ਮਿਆਰ ਤੇ ਨਹੀਂ ਉਤਰਦੀ, ਕਿਉਂਕਿ ਅਖਬਾਰਾਂ ਦੇ ਛਪੇ ਹੋਏ ਆਰਟੀਕਲ ਨੇ ਔਰ ਰਿਪਿਊਟਡ ਅਖਬਾਰਾਂ ਦੇ ਵਿੱਚ ਛਪੇ ਨੇ। ਦੇਸ਼ ਸੇਵਕ ਦੇ ਵਿੱਚ, ਪੰਜਾਬੀ ਜਾਗਰਣ ਦੇ ਵਿੱਚ, ਪੰਜਾਬੀ ਟ੍ਰਿਬਿਊਨ ਦੇ ਵਿੱਚ, ਅਖਬਾਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਪ੍ਰਭਜੋਤ ਮੈਮ ਜੀ, ਹੁਣ ਤੱਕ ਤੁਹਾਡੇ ਕਿੰਨੇ ਆਰਟੀਕਲ, ਕੋਈ ਅੰਦਾਜ਼ਾ ਹੈ ਅਖਬਾਰਾਂ ਵਿੱਚ ਜਿਹੜੇ ਛਪ ਚੁੱਕੇ? ਮੇਰੀਆਂ ਛਪ ਚੁੱਕੀਆਂ ਨੇ, ਇਹਨਾਂ ਦੇ ਵਿੱਚ ਤਕਰੀਬਨ ਹਰ ਇੱਕ ਕਿਤਾਬ ਦੇ ਵਿੱਚ ਕੋਈ 50 ਦੇ ਕਰੀਬ ਹਰ ਇੱਕ ਕਿਤਾਬ ਦੇ ਵਿੱਚ ਹੈਗਾ ਔਰ 3-4 ਕਿਤਾਬਾਂ ਦਾ ਮੇਰੇ ਕੋਲ ਅਜੇ ਮਟੀਰੀਅਲ। ਹਾਂਜੀ, ਤੇ ਮੇਰਾ ਦੇ ਆਸ ਪਾਸ ਤੇ ਹੋ ਗਏ ਹੋਣਗੇ, ਕੋਈ ਛੋਟੇ ਹੁੰਦੇ ਨੇ, ਕੋਈ ਵੱਡੇ ਹੁੰਦੇ ਨੇ, ਹਨਾ। ਹਾਂਜੀ, ਬਿਲਕੁਲ। ਇਹਦੇ ਇਰਦ ਗਿਰਦ ਹੋਣਗੇ ਤੇ ਤੋਂ ਘੱਟ ਵੀ ਹੋ ਸਕਦੇ ਨੇ, ਮਤਲਬ ਤੁਸੀਂ 800 ਤੋਂ 1000 ਦੇ ਵਿੱਚ ਕਿਤੇ ਵੀ ਹੋ ਸਕਦੇ ਨੇ, ਗਿਣੇ ਤੇ ਮੈਂ ਵੀ ਨਹੀਂ ਕਦੀ। ਠੀਕ ਹੈ ਜੀ, ਪਰਮਾਤਮਾ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਹੀ ਤੁਹਾਨੂੰ। ਥੈਂਕ ਯੂ। ਪ੍ਰਭਜੋਤ ਮੈਮ ਜੀ, ਤੁਸੀਂ ਸ਼ਾਰਟ ਮੂਵੀਜ਼ ਵਿੱਚ ਵੀ ਕੰਮ ਕਰ ਚੁੱਕੇ ਹੋ, ਹਨਾ? ਬਿਲਕੁਲ ਬਿਲਕੁਲ। ਉਹ ਕਿਹੜੀਆਂ ਮੂਵੀਜ਼ ਹਨ, ਉਹਨਾਂ ਬਾਰੇ ਵੀ ਸਾਨੂੰ ਕੁਛ ਦੱਸੋ ਜ਼ਰੂਰ। ਬਿਲਕੁਲ, ਇੱਕ ਮੇਰੀ ਜਿਹੜੀ ਮੈਂ ਐਕਚੁਅਲੀ ਮੈਂ ਕਦੀ ਕੀਤਾ ਨਹੀਂ ਸੀਗਾ ਕੰਮ, ਨੇ ਇਹ ਵੀ ਆਰਟੀਕਲ ਮੇਰੇ ਉਹ ਲੜਕਾ ਪੜ੍ਹਦਾ ਸੀਗਾ ਤੇ ਉਹਨੇ ਹੀ ਮੈਨੂੰ ਇਸ ਚੀਜ਼ ਦੇ ਲਈ ਪੁੱਛਿਆ ਸੀਗਾ, ਕਿਉਂਕਿ ਮੈਂ ਡਰਾਮੇ ਕਾਲਜ ਟਾਈਮ ਦੇ ਵਿੱਚ ਗਿੱਧਾ, ਭੰਗੜਾ, ਡਰਾਮੇ ਇਹਨਾਂ ਦੇ ਵਿੱਚ ਕਰਦੀ ਰਹੀ ਹਾਂ। ਸਾਰਾ ਜੋ ਵੀ ਸੀਗਾ ਸਟੇਜ ਦੇ ਉੱਤੇ ਮੈਂ ਕੰਮ ਕੀਤਾ ਹੈਗਾ ਸੀਗਾ। ਠੀਕ ਹੈ। ਇੱਕ ਫਸਟ ਜਿਹੜੀ ਸੀ ਉਹ ਸੀ ਜੱਟ ਤੇ ਸੀਰੀ। ਅੱਛਾ ਜੀ। ਉਹਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਉਦੋਂ ਚੱਲ ਰਿਹਾ ਸੀਗਾ, ਅਸੀਂ ਉਹ ਮੂਵੀ ਕੀਤੀ ਸੀਗੀ ਕਿ ਕਿਸ ਤਰ੍ਹਾਂ ਇੱਕ ਜੱਟ ਤੇ ਸੀਰੀ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਆ, ਕਿਵੇਂ ਇਹ ਇੱਕ ਦੂਜੇ ਨਾਲ ਕਿੰਨੀਆਂ ਪੀੜ੍ਹੀ ਦਰ ਪੀੜ੍ਹੀ ਇਹ ਚੱਲਦੇ ਨੇ ਔਰ ਇਹਨਾਂ ਦਾ ਰਿਸ਼ਤਾ ਕਿੱਦਾਂ ਦਾ ਹੈਗਾ। ਜੇ ਇਹ ਆੜਤੀਏ ਦਾ ਵੀ ਸੀਗਾ ਵਿੱਚ ਕਿ ਕਿੱਦਾਂ ਆੜਤੀਏ ਲੈ ਕੇ ਆਉਂਦਾ ਔਰ ਜਿਵੇਂ ਕਿਸਾਨ ਜਿਹੜਾ ਉਹ ਅੱਗੇ ਆਪਣੇ ਸੀਰੀ ਦੀਆਂ ਲੋੜਾਂ ਪੂਰੀਆਂ ਕਰਦਾ ਹੈਗਾ। ਉਹ ਅਸੀਂ ਬਹੁਤ ਅੱਛੀ, ਉਹ ਲੋਕਾਂ ਨੇ ਉਹਨੂੰ ਬਹੁਤ ਸਰਾਹਿਆ, ਬਹੁਤ ਦੇਖਿਆ ਵੀ। 14-15 ਮਿੰਟ ਦੀ ਹੋਈ ਉਹ ਵੈਸੇ ਮੂਵੀ ਸੀਗੀ ਔਰ ਉਹ ਮੇਰਾ ਫਸਟ ਤਜਰਬਾ ਸੀਗਾ ਮੂਵੀ ਦੇ ਵਿੱਚ, ਪਰ ਠੀਕ ਲੱਗਿਆ ਮੈਨੂੰ ਵੀ, ਠੀਕ ਲੱਗਿਆ। ਹਾਂਜੀ, ਨਹੀਂ ਬਹੁਤ ਵਧੀਆ ਸੀ, ਮੈਂ ਵੀ ਵੇਖੀ ਸੀ, ਬਹੁਤ ਸੋਹਣੀ ਬਣੀ ਹੋਈ ਸੀ। ਥੈਂਕ ਯੂ। ਹਾਂਜੀ, ਸੈਕਿੰਡ ਕਿਹੜੀ ਸੀ? ਅਸੀਂ ਨਸ਼ੇ, ਉਹਦਾ ਸਬਜੈਕਟ ਜਿਹੜਾ ਸੀ ਉਹ ਨਸ਼ਿਆਂ ਦੇ ਉੱਤੇ ਸੀਗਾ ਕਿ ਕਿਸ ਤਰ੍ਹਾਂ ਨਸ਼ੇ ਨੇ ਨੂੰ ਬਰਬਾਦ ਕੀਤਾ, ਬੱਚਿਆਂ ਦੇ ਉੱਤੇ ਉਹਦਾ ਕੀ ਅਸਰ ਪੈਂਦਾ, ਪੇਰੈਂਟਸ ਦੇ ਉੱਤੇ ਤੇ ਪਰਿਵਾਰ ਦੇ ਉੱਤੇ ਉਹਦਾ ਕੀ ਅਸਰ ਪੈਂਦਾ। ਉਹ ਅਸੀਂ ਨਸ਼ੇ ਨੂੰ ਲੈ ਕੇ ਉਸ ਸਬਜੈਕਟ ਦੇ ਉੱਤੇ ਕੀਤਾ ਸੀਗਾ। ਠੀਕ ਆ ਜੀ, ਬਹੁਤ ਵਧੀਆ। ਸੋ ਪ੍ਰਭਜੋਤ ਮੈਮ ਜੀ, ਤੁਹਾਡੀ ਇੱਕ ਹੋਰ ਕਿਤਾਬ ਆਈ ਸੀ, ਸੀਸਾ ਝੂਠ ਨਹੀਂ ਬੋਲਦਾ। ਤੁਸੀਂ ਇਸ ਕਿਤਾਬ ਵਿੱਚ ਕਿਸ ਤਰ੍ਹਾਂ ਦੇ ਝੂਠ ਦੀ ਗੱਲ ਕੀਤੀ ਜਾਂ ਕਿਹੜੀਆਂ ਸਮੱਸਿਆਵਾਂ ਦੀ ਗੱਲ ਕੀਤੀ? ਬਿਲਕੁਲ, ਮੈਂ ਜਿਹੜੇ ਆਰਟੀਕਲ ਲਿਖੇ ਨੇ ਮੈਂ ਉਹਨਾਂ ਦੇ ਵਿੱਚ ਜੋ ਸਮਾਜ ਦੇ ਵਿੱਚ ਹੁੰਦਾ, ਜੋ ਕੁਛ ਵੀ ਹੈ। ਹਾਂਜੀ, ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਜਿਹੜਾ ਜੋ ਵੀ ਕੋਈ ਲਿਖਦਾ ਉਹ ਆਪਣੇ ਸਮਾਜ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨੇ ਉਹ ਮਹਿਸੂਸ ਕਰਦਾ, ਚਾਹੇ ਚੰਗੀ ਹੈ ਚਾਹੇ ਮਾੜੀ ਹੈ। ਉਹ ਲੇਖਕ ਦੇ ਜਿਹੜਾ ਹੈ ਥੋੜ੍ਹਾ ਜਿਹਾ ਵੱਖਰੇ ਹੁੰਦੇ ਨੇ ਜਿਹੜੇ ਲਿਖਣ ਵਾਲੇ ਨੇ।
ਮੈਂ ਕਰੰਟ ਟੌਪਿਕਸ ਤੇ ਜ਼ਿਆਦਾ ਲਿਖਦੀ ਹਾਂ। ਸਾਨੂੰ ਹਰ ਇੱਕ ਚੀਜ਼ ਜਿਹੜੀ ਆ ਸ਼ਾਇਦ ਆਦਤ ਪੈ ਜਾਂਦੀ ਹੈ ਕਿ ਸਾਨੂੰ ਉਹ ਛੇਤੀ ਦਿਖਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ ਬਿਲਕੁਲ। ਮੈਂ ਜਿਹੜਾ ਹੈ ਰਿਸ਼ਵਤ ਔਰ ਭ੍ਰਿਸ਼ਟਾਚਾਰ ਦੇ ਉੱਤੇ ਮੈਂ ਬਹੁਤ ਲਿਖਿਆ ਕਿ ਕਿਸ ਤਰ੍ਹਾਂ ਇਹਨੇ ਸਾਡਾ ਸਾਰਾ ਸਿਸਟਮ ਜਿਹੜਾ ਹੈ ਉਹ ਖਰਾਬ ਕੀਤਾ, ਕਿਵੇਂ ਲੋਕ ਜਿਹੜੇ ਨੇ ਉਹ ਤੰਗ ਨੇ, ਔਰ ਜੋ ਵੀ ਗਲਤ ਕੰਮ ਹੁੰਦੇ ਨੇ, ਸਪੋਜ਼ ਕਿਤੇ ਕਲੋਨੀਆਂ ਦੇ ਵਿੱਚ ਸੀਵਰੇਜ ਨਹੀਂ ਹੈ, ਉਹ ਵੀ ਭ੍ਰਿਸ਼ਟਾਚਾਰ ਕਰਕੇ ਸਾਰਾ ਸਿਸਟਮ ਜੋ ਵੀ ਤਹਿਸ ਨਹਿਸ ਸਾਡਾ ਹੋਇਆ ਰਿਸ਼ਵਤ ਐਂਡ ਭ੍ਰਿਸ਼ਟਾਚਾਰ ਕਰਕੇ ਹੋਇਆ। ਉਸ ਤੋਂ ਬਾਅਦ ਮੈਂ ਸਮਾਜਿਕ ਮੁੱਦੇ ਜਿਹੜੇ ਨੇ ਬਿਰਧ ਆਸ਼ਰਮਾਂ ਦੇ ਉੱਤੇ ਮੈਂ ਬਹੁਤ ਲਿਖਿਆ। ਅੱਛਾ ਜੀ। ਪਹਿਲਾਂ ਜਿਹੜੇ ਸੀਗੇ ਮੈਂ ਜਿਸ ਤਰ੍ਹਾਂ ਮੈਨੂੰ ਇਹ ਲੱਗਦਾ ਸੀ ਕਿ ਬਿਰਧ ਆਸ਼ਰਮ ਨਹੀਂ ਹੋਣੇ ਚਾਹੀਦੇ, ਪਰ ਜਦੋਂ ਮੈਂ ਉਹ ਆਰਟੀਕਲ ਲਿਖੇ ਉਸ ਤੋਂ ਬਾਅਦ ਜੋ ਲੋਕਾਂ ਨੇ ਮੈਨੂੰ ਰਿਸਪੋਂਸ ਦਿੱਤੀ, ਜਿਵੇਂ ਦੇ ਲੋਕਾਂ ਨੇ ਮੈਨੂੰ ਆਪਣੇ ਤਕਲੀਫਾਂ ਦੱਸੀਆਂ, ਜੋ ਉਹ ਸਹਾਰਦੇ ਨੇ, ਜੋ ਜਿਸ ਕੰਡੀਸ਼ਨ 'ਚੋਂ ਰਹਿ ਰਹੇ ਨੇ, ਫਿਰ ਮੈਨੂੰ ਇਹ ਲੱਗਿਆ ਕਿ ਨਹੀਂ, ਸਮੇਂ ਦੀ ਲੋੜ ਜਿਹੜੀ ਹੈਗੀ ਆ ਉਹ ਬੈਟਰ ਇਹ ਹੈਗਾ ਕਿ ਜੇ ਕੋਈ ਪੇਡ ਸੀਨੀਅਰ ਸਿਟੀਜ਼ਨ ਹੋਮ ਹੈਗੇ ਨੇ, ਜੇ ਕੋਈ ਪੈਸਾ ਦੇ ਕੇ ਰਹਿ ਸਕਦਾ ਉਹ ਉੱਥੇ ਚਲੇ ਜਾਵੇ, ਜਾਂ ਸਰਕਾਰਾਂ ਜਿਹੜੀਆਂ ਨੇ ਉਹ ਇਹੋ ਜਿਹੇ ਕਦਮ ਚੁੱਕਣ, ਸਟੈਪ ਬਾਏ ਸਟੈਪ ਇਹੋ ਜਿਹੇ ਸੀਨੀਅਰ ਸਿਟੀਜ਼ਨ ਹੋਮ ਬਣਾਉਣ, ਜਿਹੜੇ ਪੇਡ ਹੁੰਦੇ ਨੇ ਜਿੱਥੇ ਬੰਦਾ ਆਪਣੀ ਪੈਨਸ਼ਨ ਦੇ ਵਿੱਚੋਂ ਜਾਂ ਸੋਰਸ ਆਫ ਇਨਕਮ ਜਿਹੜਾ ਹੈ ਉਹ ਦੇ ਕੇ ਰਹਿ ਸਕਦਾ, ਕੁਛ ਫ੍ਰੀ ਵਾਲੇ ਹੋਣ ਕਿ ਸਾਰੇ ਪੈਸੇ ਨਹੀਂ ਦੇ ਸਕਦੇ, ਕੁਛ ਜ਼ਿਆਦਾ ਦੇ ਸਕਦੇ ਨੇ, ਕੁਛ ਥੋੜੇ ਦੇ ਸਕਦੇ ਨੇ। ਤੇ ਰੋਜ਼ ਰੋਜ਼ ਤੁਸੀਂ ਦੇਖੋ ਸਾਰੀ ਜ਼ਿੰਦਗੀ ਬਜ਼ੁਰਗਾਂ ਨੇ ਸਮਾਜ ਨੂੰ ਵੀ ਦਿੱਤੀ ਹੁੰਦੀ ਆ, ਦੇਸ਼ ਨੂੰ ਵੀ ਦਿੱਤੀ ਹੁੰਦੀ ਆ, ਬੱਚਿਆਂ ਨੂੰ ਵੀ ਦਿੱਤੀ ਹੁੰਦੀ ਆ, ਤੇ ਉਹਨਾਂ ਨੂੰ ਰੋਜ਼ ਜਿਹੜਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ, ਕੁੱਟ ਮਾਰ ਤੱਕ ਹੋ ਰਹੀ ਹੈਗੀ। ਜੀ ਬਿਲਕੁਲ ਬਿਲਕੁਲ। ਜ਼ੁਬਾਨੀ ਵਾਇਲੈਂਸ ਜਿਹੜੀ ਹੈ ਉਹਦੀ ਤੇ ਤੁਸੀਂ ਗੱਲ ਹੀ ਛੱਡ ਦਿਓ, ਜੋ ਮੈਨੂੰ ਲੋਕ ਆਪਣੀਆਂ ਤਕਲੀਫਾਂ ਦੱਸਦੇ ਨੇ ਫੋਨ ਕਰਕੇ, ਔਰ ਚੋਰੀ ਫੋਨ ਕਰਦੇ ਨੇ, ਕਹਿੰਦੇ ਸਾਨੂੰ ਫੋਨ ਵੀ ਨਹੀਂ ਕਰਨ ਦਿੰਦੇ, ਇੱਥੋਂ ਤੱਕ ਨੌਬਤ ਆਉਂਦੀ ਹੈ। ਮੈਂ ਉਹਦੇ ਤੇ ਬਹੁਤ ਲਿਖਿਆ। ਇੱਕ ਮੈਂ ਦਹੇਜ ਦਾ ਜਿਹੜਾ ਹੈ ਕਿ ਠੀਕ ਹੈ, ਤੁਸੀਂ ਬੇਟੀਆਂ ਨੂੰ ਸਾਰੇ ਕਹਿੰਦੇ ਦਹੇਜ ਨਹੀਂ ਦੇਣਾ ਚਾਹੀਦਾ, ਜੇ ਦਹੇਜ ਨਹੀਂ ਦੇਣਾ ਚਾਹੀਦਾ, ਲੜਕੀ ਨੂੰ ਤੁਸੀਂ ਕਹਿੰਦੇ ਲੜਕੀ ਮੁੰਡਿਆਂ ਦੇ ਬਰਾਬਰ ਨੂੰ ਕਾਨੂੰਨੀ ਹੱਕ ਮਿਲਦਾ, ਕੀ ਤੁਸੀਂ ਲੜਕੀ ਨੂੰ ਫਿਰ ਉਹਦੀ ਜਿਹੜੀ ਬਣਦਾ ਕਾਨੂੰਨੀ ਹੱਕ ਤੁਸੀਂ ਉਹ ਵੀ ਨਹੀਂ ਦਿੰਦੇ? ਕਿਉਂ ਨਹੀਂ ਦਿੰਦੇ? ਫਿਰ ਤੁਸੀਂ ਸਹੁਰਿਆਂ ਦੇ ਉੱਤੇ ਜਿਹੜੇ ਲੜਕੇ ਦੇ ਪੇਰੈਂਟਸ ਨੇ ਉਹਦੇ ਉੱਤੇ ਦਬਾਅ ਪਾਉਂਦੇ ਹੋ, ਔਰ ਝੂਠੇ ਕੇਸ ਜਿਹੜੇ ਨੇ ਉਹ ਇੰਨੇ ਜ਼ਿਆਦਾ ਹੋ ਗਏ ਕਿ 95 ਤੋਂ ਉੱਪਰ % ਜਿਹੜੀ ਹੈ ਉਹ ਫਾਲਸ ਕੇਸਿਸ ਨੇ, ਜਿਹੜੇ ਸਿਰਫ ਇੱਕ ਪੈਸਾ ਲੈਣ ਕਰਕੇ ਜਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ। ਸਿਰਫ ਇੱਕ ਇਹ ਥੋੜ੍ਹੀ ਹੈ ਕਿ ਹਰ ਵਾਰ ਜਿਹੜਾ ਹੈ ਲੜਕਾ ਔਰ ਲੜਕੇ ਦੇ ਪੇਰੈਂਟਸ ਹੀ ਗਲਤ ਹੁੰਦੇ ਆ, ਲੜਕਿਆਂ ਵਾਲਿਆਂ ਨੂੰ ਵੀ ਸੁਣੋ, ਜਿੱਥੇ ਵੀ ਗਲਤੀ ਹੈ ਸਜ਼ਾ ਉਹਨੂੰ ਦਿਓ ਜਿਹੜਾ ਗਲਤ ਹੈ। ਇਹ ਨਹੀਂ ਕਿ ਤੁਸੀਂ ਵਨ ਸਾਈਡਡ ਚੱਲਦੇ ਰਹੋ। ਜੇ ਸਮਾਜ ਜਿਹੜੇ ਚਲਾਉਣਾ ਹੈਗਾ ਤੇ ਇਹ ਦੋਨੋਂ ਜਿਹੜੀਆਂ ਧਿਰਾਂ ਨੇ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਮੇਰਾ ਇੱਕ ਬਹੁਤ ਆਰਟੀਕਲ ਆਇਆ ਸੀ, ਮੈਂ ਉਹਦੇ ਵਿੱਚ ਇੱਕ ਲਾਈਨ ਅਖੀਰ 'ਚ ਲਿਖੀ ਸੀ ਕਿ ਦੋਨਾਂ ਦੇ ਸੱਸ ਸਹੁਰਾ ਨੇ, ਲੜਕੇ ਦੇ ਸੱਸ ਸਹੁਰਾ ਨੇ, ਲੜਕੀ ਦੇ ਪੇਰੈਂਟਸ, ਲੜਕੀ ਦੇ ਸੱਸ ਸਹੁਰਾ ਨੇ, ਲੜਕੇ ਦੇ ਪੇਰੈਂਟਸ। ਜੇ ਲੜਕੀ ਆਪਣੇ ਸਹੁਰਿਆਂ ਕੋਲੋਂ ਚੀਜ਼ ਮੰਗਦੀ ਆ ਤੇ ਉਹ ਗਲਤ ਨਹੀਂ ਹੈ, ਤੇ ਜੇ ਲੜਕਾ ਆਪਣੇ ਸਹੁਰਿਆਂ ਕੋਲੋਂ ਮੰਗਦਾ ਤੇ ਉਹ ਗਲਤ ਕਿਉਂ? ਫਿਰ ਬਰਾਬਰਤਾ ਤੇ ਨਹੀਂ ਨਾ ਹੈਗੀ। ਜਾਂ ਇੱਥੇ ਦੋਨੋਂ ਗਲਤ ਨੇ ਜਾਂ ਫਿਰ ਦੋਨੋਂ ਠੀਕ ਨੇ। ਮਤਲਬ ਮੈਂ ਇਸ ਸੋਚ ਦੇ ਨਾਲ ਆਰਟੀਕਲ ਲਿਖੇ ਹੋਏ ਨੇ ਕਿ ਸਮਾਜ ਜਿਹੜਾ ਹੈ ਤੁਸੀਂ ਏਦਾਂ ਨਹੀਂ ਚਲਾ ਸਕਦੇ, ਵਨ ਸਾਈਡਡ ਨਹੀਂ ਚਲਾ ਸਕਦੇ। ਇਹਦੇ ਵਿੱਚ ਵੀ ਮੇਰੇ ਸਾਰੇ ਆਰਟੀਕਲ ਜਿਹੜੇ ਨੇ ਉਹ ਇਸੇ ਵਿਸ਼ਿਆਂ ਦੇ ਉੱਤੇ ਜ਼ਿਆਦਾ ਹੈ। ਠੀਕ ਹੈ। ਸੋ ਪ੍ਰਭਜੋਤ ਮੈਮ ਜੀ, ਤੁਹਾਡੀਆਂ ਹੁਣ ਤੱਕ ਜਿੰਨੀਆਂ ਵੀ ਕਿਰਤਾਂ ਆਈਆਂ ਨੇ ਸਮਾਜ ਸੁਧਾਰ ਤੇ ਹੀ ਆਈਆਂ ਨੇ, ਸੋ ਤੁਸੀਂ ਸ਼ੁਰੂਆਤੀ ਦੌਰ ਤੋਂ ਹੀ ਇਹੋ ਜਿਹੇ ਲੇਖਿਕਾ ਬਣਨਾ ਚਾਹਿਆ ਸੀ, ਜਾਂ ਤੁਹਾਡੇ ਅੰਦਰਲੇ ਜਿਹੜੇ ਵਲਵਲੇ ਸੀ ਕਿ ਮੈਂ ਕਿਵੇਂ ਸਮਾਜ ਸੁਧਾਰ ਕਰਾਂ ਜਾਂ ਕਿਵੇਂ ਸਮਾਜ ਨੂੰ ਸੁਧਾਰਾਂ, ਤੇ ਸ਼ੁਰੂਆਤੀ ਦੌਰ ਤੋਂ ਹੀ ਇਹੋ ਜਿਹੀ ਲਿਖਣ ਬਾਰੇ ਸੋਚਿਆ ਸੀ? ਨਹੀਂ, ਮੈਂ ਪੋਇਟਰੀ ਲਿਖੀ ਹੈਗੀ, ਪਰ ਉਹ ਕਿਸ ਮਿਆਰ ਦੀ ਹੈ ਉਹ ਮੈਨੂੰ ਨਹੀਂ ਪਤਾ। ਮੇਰੇ ਕੋਲ ਲਿਖੀ ਹੋਈ ਪਈ ਆ, ਮੈਂ ਉਹ ਕਦੀ ਵੀ ਨਾ ਆਪ ਦੁਬਾਰਾ ਪੜ੍ਹੀ, ਨਾ ਮੈਂ ਕਿਸੇ ਨੂੰ ਕਦੀ ਪੜ੍ਹਾਈ, ਨਾ ਮੈਂ ਕਿਤੇ ਉਹ ਪਬਲਿਸ਼ ਕਰਨ ਲਈ ਭੇਜੀ। ਅਸਲ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਸ਼ੁਰੂਆਤ ਜਿਹੜੀ ਹੈ ਮੇਰੀ ਉਹ ਪੰਜਾਬੀ ਟ੍ਰਿਬਿਊਨ ਤੋਂ ਹੋਈ। ਛੋਟੇ ਆਰਟੀਕਲ ਮੈਂ ਛੋਟੇ ਛੋਟੇ ਜਿੱਦਾਂ ਮੈਨੂੰ ਲੱਗਦਾ ਸੀਗਾ ਮੈਂ ਉਹ ਲਿਖਦੀ ਸੀਗੀ, ਆਪਣਾ ਜਿਸ ਤਰ੍ਹਾਂ ਹੁੰਦਾ ਕਿ ਫੀਲਿੰਗਸ ਕੀ ਹੈਗੀਆਂ,
ਸਾਡੇ ਰਿਸ਼ਤੇ ਕੀ ਹੈਗੇ ਛੋਟੇ ਛੋਟੇ। ਹਾਂਜੀ। ਇੱਕ ਮੈਂ ਲੈਟਰ ਟੂ ਐਡੀਟਰ ਬਹੁਤ ਲਿਖਦੀ ਸੀਗੀ। ਅੱਛਾ ਜੀ। ਮੈਂ ਆਰਟੀਕਲ ਬਹੁਤ ਪੜ੍ਹਦੀ ਸੀਗੀ। ਮੈਂ ਉਹਨਾਂ ਦੀਆਂ ਰੋਜ਼ ਮੈਂ ਐਡੀਟੋਰੀਅਲ ਮੈਂ ਰੋਜ਼ ਸੰਪਾਦਕੀ ਜਿਹੜੀ ਮੈਂ ਰੋਜ਼ ਪੜ੍ਹਨੀ। ਮੈਂ ਉਹਦੇ ਉੱਤੇ ਪ੍ਰਤੀਕਰਮ ਜਿਹੜਾ ਸੀ ਉਹ ਆਪਣਾ ਲੈਟਰ ਟੂ ਐਡੀਟਰ ਜਿਹੜਾ ਪਾਠਕਾਂ ਦੇ ਖਤ ਮੈਂ ਉਹਨਾਂ ਦੇ ਵਿੱਚ ਭੇਜਦੀ ਸੀਗੀ। ਪਰ ਜਦੋਂ ਮੈਂ ਸਾਨੂੰ ਸਿਸਟਮ ਦੇ ਵਿੱਚ ਜਦੋਂ ਜਾਣਾ ਪਿਆ, ਸਮਾਜ ਦੇ ਵਿੱਚ ਜਿਸ ਤਰ੍ਹਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਾਉਣ ਲਈ ਜਾਣਾ ਪਿਆ, ਜਾਂ ਜਿੱਦਾਂ ਮੈਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੇ ਵਿੱਚੋਂ ਸਾਨੂੰ ਨਿਕਲਣਾ ਪਿਆ, ਕਿਉਂਕਿ ਅਸੀਂ ਫੌਜ 'ਚ ਰਹੇ ਸੀਗੇ। ਸਾਡਾ ਸਿਸਟਮ ਜਿਹੜਾ ਆਫਟਰ ਰਿਟਾਇਰਮੈਂਟ ਜ਼ਿਆਦਾ ਸ਼ੁਰੂ ਹੋਇਆ। ਤੇ ਜਦੋਂ ਮੈਂ ਦੇਖਿਆ ਕਿ ਸਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਪਰੇਸ਼ਾਨੀ ਹੁੰਦੀ ਸੀਗੀ, ਤੇ ਮੈਂ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅੱਛਾ ਜੀ। ਕਿਉਂਕਿ ਅਸੀਂ ਬਹੁਤ ਜਗ੍ਹਾ ਦੇ ਉੱਤੇ, ਬਹੁਤ ਥਾਵਾਂ ਦੇ ਉੱਤੇ ਮੈਨੂੰ ਸਮੱਸਿਆਵਾਂ ਆਈਆਂ, ਚਾਹੇ ਉਹ ਘਰ ਖਰੀਦਣ ਦੇ ਵਿੱਚ ਆਈਆਂ, ਚਾਹੇ ਫਲੈਟ ਖਰੀਦਣ ਦੇ ਵਿੱਚ ਆਈਆਂ। ਮਤਲਬ ਬਹੁਤ ਅਸੀਂ ਸਮੱਸਿਆਵਾਂ ਦੇ ਨਾਲ ਸਿਸਟਮ ਦੀਆਂ, ਵਿਗਾੜੇ ਹੋਏ ਸਿਸਟਮ ਨੇ ਸਾਨੂੰ ਬਹੁਤ ਥਪੇੜੇ ਮਾਰੇ। ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਸਿਸਟਮ ਸੀ ਉਹਨੇ ਜਿਹੜੇ ਥਪੇੜੇ ਮੈਨੂੰ ਮਾਰੇ, ਉਹਨੇ ਮੈਨੂੰ ਇੱਕ ਇਸ ਬੰਦੇ ਲੇਖਕਾ ਬਣਾ ਦਿੱਤਾ। ਉਹ ਮੈਂ ਕਈ ਵਾਰੀ ਜਿਹੜੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਨਾਲ ਅਜੇ ਵੀ ਮੇਰਾ ਰਾਬਤਾ ਹੈ, ਸਾਡੇ ਉਹਨਾਂ ਨਾਲ ਚੱਲਦੇ ਪਏ ਨੇ ਕਲੋਨੀਆਂ ਦੇ ਰਫੜ, ਕਿਉਂਕਿ ਕੋਈ ਸਿਸਟਮ ਨਹੀਂ ਹੈ। ਤੇ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦੀ ਹੁੰਦੀ ਕਿ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਲੇਖਕਾ ਬਣਾ ਦਿੱਤਾ। ਪਰ ਇੱਕ ਹੈ ਕਿ ਮੈਂ ਬਹੁਤ ਕੁਛ ਖੱਟਿਆ ਵੀ, ਮੈਂ ਬਹੁਤ ਧੱਕੇ ਵੀ ਖਾਧੇ ਅਸੀਂ ਦਫ਼ਤਰਾਂ 'ਚ ਕੰਮ ਕਰਾਉਣ ਲਈ। ਪਰ ਮੈਂ ਉੱਥੇ ਬਹੁਤ ਰਿਸ਼ਤੇ ਬਣਾਏ। ਮੇਰੇ ਨਾਲ ਬਹੁਤ ਪਿਆਰੇ ਪਿਆਰੇ ਬੱਚੇ ਜੁੜੇ, ਬਹੁਤ ਅੱਛੇ ਤੇਰੇ ਉਹਨਾਂ ਦੇ ਨਾਲ। ਵੱਡੀ ਭੈਣ ਦਾ ਵੀ ਰੁਤਬਾ ਮੈਨੂੰ ਦਿੰਦੇ ਨੇ, ਮਾਂ ਦਾ ਵੀ ਦਿੰਦੇ ਨੇ, ਇੱਜ਼ਤ ਵੀ ਮੇਰੀ ਬਹੁਤ ਕਰਦੇ ਨੇ। ਮੈਂ ਲੜੀ ਵੀ ਬਹੁਤ ਉਹਨਾਂ ਦੇ ਨਾਲ ਕਈ ਚੀਜ਼ਾਂ ਦੇ ਲਈ, ਪਰ ਮੈਂ ਖੱਟੇ ਵੀ ਰਿਸ਼ਤੇ ਮੈਂ ਉਹਨਾਂ ਦੇ ਵਿੱਚੋਂ ਖੱਟੇ, ਔਰ ਮੈਂ ਉਹ ਥਪੇੜਿਆਂ ਦੇ ਵਿੱਚੋਂ ਮੈਂ ਲੇਖਕਾ ਬਣ ਗਈ। ਜੀ ਜੀ। ਸੋ ਪ੍ਰਭਜੋਤ ਮੈਮ ਜੀ, ਜਿਵੇਂ ਗਾਇਕ ਲਈ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ, ਸੋ ਤੁਹਾਨੂੰ ਕੀ ਲੱਗਦਾ ਕਿ ਇੱਕ ਲੇਖਕ ਲਈ ਵੀ ਰਿਆਜ਼ ਕਰਨਾ ਜ਼ਰੂਰੀ ਹੈ? ਕਿਤਾਬਾਂ ਪੜ੍ਹਨੀਆਂ, ਸਾਹਿਤ ਨੂੰ ਪੜ੍ਹਨਾ, ਸੁਣਨਾ ਜ਼ਰੂਰੀ ਹੈ? ਬਿਲਕੁਲ। ਜੇ ਅਸੀਂ ਪੜ੍ਹਾਂਗੇ ਨਹੀਂ, ਅਸੀਂ ਅਵੇਅਰ ਨਹੀਂ ਹੋਵਾਂਗੇ। ਕਿਉਂਕਿ ਜਿਸ ਤਰ੍ਹਾਂ ਮੈਂ ਕਰੰਟ ਟੌਪਿਕਸ 'ਤੇ ਲਿਖਦੀ ਹਾਂ, ਮੈਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਨੂੰ ਰੋਜ਼ ਅਖਬਾਰਾਂ ਪੜ੍ਹਨੀਆਂ ਮੇਰੇ ਵਾਸਤੇ ਬਹੁਤ ਜ਼ਰੂਰੀ ਨੇ। ਵੋਕੈਬਲਰੀ ਵੀ ਵੱਧਦੀ ਹੈ। ਸਾਡਾ ਸਾਰਾ ਕੁਛ ਜਿਹੜਾ ਹੈ ਉਹ ਪੜ੍ਹਨ ਤੇ ਲਿਖਣ ਦਾ ਜਿਹੜਾ ਇੱਕ ਬਹੁਤ ਵੱਡਾ ਰਿਸ਼ਤਾ ਹੈ। ਜੇ ਤੁਸੀਂ ਪੜ੍ਹੋਗੇ ਨਹੀਂ, ਤੁਸੀਂ ਲਿਖ ਨਹੀਂ ਸਕਦੇ। ਜੀ ਬਿਲਕੁਲ। ਸੋ ਮੈਮ ਜੀ, ਤੁਸੀਂ ਹਮੇਸ਼ਾ ਹੀ ਸਮਾਜ ਸੁਧਾਰ ਦੀ ਗੱਲ ਕੀਤੀ, ਸਮਾਜ ਸੁਧਾਰ ਤੇ ਲਿਖਿਆ, ਔਰਤਾਂ ਦੇ ਮਸਲਿਆਂ ਦੇ ਉੱਤੇ ਲਿਖਿਆ, ਦਹੇਜ ਤੇ ਲਿਖਿਆ। ਸੋ ਤੁਹਾਨੂੰ ਕਦੇ ਇਹ ਨਹੀਂ ਲੱਗਾ ਕਿ ਮੈਂ ਉਹਨਾਂ ਦੇ ਵਿੱਚ ਜਾ ਕੇ ਸੁਧਾਰ ਕਰਾਂ ਜਾਂ ਸਮਾਜ ਨੂੰ ਸੁਧਾਰਾਂ? ਬਿਲਕੁਲ। ਦੇਖੋ, ਜਿਹੜੀਆਂ ਮੈਂ ਫਾਈਟ ਕੀਤੀਆਂ ਹੈਗੀਆਂ ਨੇ, ਉਹ ਮੇਰੀ ਇਕੱਲੀ ਦੀ ਲੜਾਈ ਨਹੀਂ ਸੀਗੀ। ਮੈਂ ਇੱਕ ਜਿੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਿਸਟਮ ਦੇ ਸਤਾਏ ਹੋਏ ਸਾਡੀ ਕਲੋਨੀ ਸੀਗੀ, ਉਹਦਾ ਮੈਂ ਪਿਛਲੇ ਤਕਰੀਬਨ 6-7 ਸਾਲ ਤੋਂ ਅਸੀਂ ਉਹਦਾ ਫੋਲੋਅਪ ਕਰ ਰਹੇ ਹਾਂ। ਕਲੋਨੀ ਜਿਹੜੀ ਆ ਉਹ ਅਪਰੂਵਡ ਕਲੋਨੀ ਸੀਗੀ, ਔਰ ਉੱਥੇ ਕੁਛ ਵੀ ਨਹੀਂ ਸੀ ਹੋਇਆ। ਵਿਭਾਗ ਸੁਣਦੇ ਨਹੀਂ ਸੀ। ਅਸੀਂ ਅਦਾਲਤ 'ਚ ਗਏ। ਜਿੱਦਾਂ ਦਾ ਸਾਡਾ ਸਿਸਟਮ ਹੈ, ਵਕੀਲ ਜਿਹੜੇ ਨੇ ਉਹਨਾਂ ਨੇ ਸਾਡਾ ਕੇਸ ਅੱਛੀ ਤਰ੍ਹਾਂ ਫਾਈਟ ਨਹੀਂ ਕੀਤਾ। ਅਸੀਂ ਕੇਸ ਸਾਨੂੰ ਉਹਨੇ ਵਿਡਰੋ ਕਰਵਾਇਆ। ਪਰ ਮੈਂ ਉਹਦਾ ਜਿਹੜਾ ਸੀਗਾ ਸਾਰਾ ਜੋ ਵੀ ਸੀ, ਮੀਡੀਆ 'ਚ ਗਏ, ਮੈਂ ਅੱਗੇ ਲੱਗ ਕੇ ਸਾਰਾ ਕੀਤਾ। ਔਰ ਉਹ ਸਾਰਾ ਸਿਸਟਮ ਜਿਹੜਾ ਹੈ ਉਹ ਹੁਣ ਕਾਫੀ ਜ਼ਿਆਦਾ ਇੰਪਰੂਵ ਸੁਸਾਇਟੀ ਹੋ ਗਈ। ਸਾਡੀ ਜਿਹੜੀ ਕਲੋਨੀ ਹੈਗੀ ਆ, ਉੱਥੇ ਸੀਵਰੇਜ ਨਹੀਂ ਸੀ। ਮੇਰਾ ਖਿਆਲ ਅਸੀਂ ਤਕਰੀਬਨ 4-5 ਸਾਲ ਤੋਂ ਸੀਵਰੇਜ ਲਈ ਅਸੀਂ ਫਾਈਟ ਕਰ ਰਹੇ ਸੀਗੇ। ਹੁਣ ਉਹ ਜਿਹੜਾ ਹੈ ਸੀਵਰੇਜ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਇਆ। ਪਾਣੀ ਦਾ ਮਸਲਾ ਸੀ, ਸੜਕਾਂ ਦਾ ਮਸਲਾ ਸੀ, ਰਸਤੇ ਦਾ ਮਸਲਾ ਤੇ ਐਜ਼ ਇਟ ਇਜ਼ ਹੈ ਹੀ ਹੈ। ਅਜੇ ਉਹ ਸਟਿਲ ਉੱਦਾਂ ਹੀ ਪੈਂਡਿੰਗ ਹੈਗਾ, ਕਿਉਂਕਿ ਬਿਲਡਰ ਜਿਹੜਾ ਸੀ ਉਹ ਰਸਤਾ ਵੇਚ ਗਿਆ। ਸਾਡੀ ਕਲੋਨੀ ਦੇ ਕੋਲ ਰਸਤਾ ਨਹੀਂ ਹੈ। ਇਹ ਜਿਹੜੇ ਕੰਮ ਹੈਗੇ ਨੇ ਸਾਰੇ ਮੈਂ ਮਤਲਬ ਅੱਗੇ ਲੱਗ ਕੇ ਕੀਤੇ ਨੇ। ਜੋ ਵੀ ਕਰਨਾ ਸੀ, ਅਖਬਾਰਾਂ 'ਚ ਦੇਣਾ ਹੈ ਜਾਂ ਅਫਸਰਸ ਨੂੰ ਮਿਲਣਾ, ਦਫ਼ਤਰਾਂ 'ਚ ਜਾਣਾ, ਕਿਸੇ ਨਾਲ ਗੱਲਬਾਤ ਕਰਨੀ, ਉਹ ਮੈਂ ਨਿੱਜੀ ਤੌਰ 'ਤੇ ਕੀਤਾ ਹੈਗਾ। ਔਰ ਮੈਂ ਉੱਥੇ ਵੀ ਮੈਂ ਤੁਹਾਨੂੰ ਇਹ ਦੱਸਦੀ ਕਿ ਮੈਂ ਬਹੁਤ ਪਿਆਰ ਤੇ ਬਹੁਤ ਰਿਸਪੈਕਟ ਜਿਹੜੀ ਹੈ ਮੈਨੂੰ ਮੇਰੇ ਜਿਹੜੇ ਕਲੋਨੀ ਵਾਲੇ ਨੇ ਉਹਨਾਂ ਨੇ ਦਿੱਤੀ, ਜਦ ਕਿ ਮੈਂ ਉੱਥੇ ਰਹਿੰਦੀ ਨਹੀਂ, ਮੇਰੀ ਪ੍ਰੋਪਰਟੀ ਉੱਥੇ ਹੈ। ਮੈਂ ਉਹ ਕੇਸ ਜਿਹੜਾ ਹੈ, ਕੇਸ ਕਹਿ ਲਓ
ਜਾਂ ਸਮੱਸਿਆਵਾਂ ਕਹਿ ਲਓ, ਉਹ ਮੈਂ ਅੱਗੇ ਲੱਗ ਕੇ ਤਾਂ ਲੜੀਆਂ ਕਿਉਂਕਿ ਉਹਨਾਂ ਸਾਰਿਆਂ ਦਾ ਮੇਰੇ ਨਾਲ ਸਾਥ ਸੀ। ਉਹਨਾਂ ਦਾ ਮੇਰੇ 'ਚ ਵਿਸ਼ਵਾਸ ਸੀ। ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਵਿਸ਼ਵਾਸ ਕੀਤਾ ਕਿ ਜਿੱਦਾਂ ਤੁਸੀਂ ਕਹੋਗੇ, ਜਿੱਦਾਂ ਆਪਾਂ ਚੱਲਣਾ, ਜਿੱਦਾਂ ਅਸੀਂ ਸਾਰੇ ਇਕੱਠੇ ਬੈਠ ਕੇ ਗੱਲ ਕਰਦੇ ਸੀਗੇ ਔਰ ਉਹਦੇ ਵਿੱਚੋਂ ਅਸੀਂ ਕੱਢ ਕੇ ਫਿਰ ਉਹ ਮੈਨੂੰ ਕਹਿੰਦੇ ਸੀ ਕਿ ਹਾਂ ਆਪਾਂ ਏਦਾਂ ਕਰਨਾ, ਹੁਣ ਤੁਸੀਂ ਅੱਗੇ ਹੋ ਜਾਓ। ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਮੈਂ ਜੋ ਵੀ ਕੀਤਾ ਮੈਂ ਉਹ ਵਿੱਚ ਵੜ ਕੇ ਕੀਤਾ। ਜੇ ਮੈਂ ਸਮਾਜ ਦੇ ਦਹੇਜ ਦਾ ਹੈ ਜਾਂ ਕੁਛ ਹੈ, ਉੱਥੇ ਵੀ ਮੈਂ ਬਹੁਤ ਥਾਵਾਂ ਤੇ ਕੀਤਾ। ਮੈਂ ਬੱਚੇ ਅਡੋਪਟ ਵੀ ਉਹਦੇ ਵਿੱਚ ਵੀ ਕਈਆਂ ਨੂੰ ਕਨਵਿੰਸ ਕੀਤਾ ਹੈਗਾ। ਮੈਂ ਕਰ ਲੈਂਦੀ ਜਿੰਨਾ ਕੁ ਮੇਰੇ ਕੋਲੋਂ ਹੋ ਸਕਦਾ ਹੈਗਾ, ਪਰ ਮੈਂ ਜਿਸ ਤਰ੍ਹਾਂ ਕੋਈ NGO ਦੇ ਨਾਲ ਜਾਂ ਕਿਸੇ ਨਾਲ ਮੈਂ ਉਹ ਨਹੀਂ ਜੁੜੀ ਕਿਉਂਕਿ ਮੇਰਾ ਆਪਣਾ ਮੀਡੀਆ ਦੇ ਨਾਲ ਮੈਂ ਪ੍ਰੋਗਰਾਮ ਹੋਰ ਵੀ ਕਰਦੀ ਹਾਂ। ਮੈਲਬੌਰਨ ਤੋਂ ਫੇਸਬੁੱਕ ਦੇ ਉੱਤੇ ਰੇਡੀਓ ਹੈ, ਸਾਂਝੀ ਆਵਾਜ਼ ਰੇਡੀਓ, ਮੈਂ ਉਹਦੇ ਤੇ 8 ਸਾਲ ਤੋਂ ਪਹਿਲਾਂ ਐਜ਼ ਏ ਰੇਡੀਓ ਸੀਗਾ ਉਹਨਾਂ ਦਾ, ਉਦੋਂ ਕੰਮ ਕਰਦੀ ਸੀ। ਹੁਣ ਉਹ ਫੇਸਬੁੱਕ ਤੇ ਲਾਈਵ ਪ੍ਰੋਗਰਾਮ ਹੈ, ਮੈਂ ਉਹਦੇ 'ਚ ਵੀ ਹਫ਼ਤੇ 'ਚ 2 ਜਾਂ 3 ਵਾਰੀ ਅਸੀਂ ਉਹਦੇ ਤੇ ਵੀ ਮੈਂ ਪ੍ਰੋਗਰਾਮ ਕਰਦੀ ਹਾਂ। ਅੱਛਾ ਜੀ। ਤੇ ਮੈਨੂੰ ਲੱਗਦਾ ਹੈਗਾ ਕਿ ਮੇਰੇ ਕੋਲੋਂ ਇੰਨਾ ਕਿਸੇ NGO ਦੇ ਵਿੱਚ ਜਾਣਾ ਜਾਂ NGO ਦੇ ਕੋਈ NGO ਬਣਾਉਣੀ ਮੇਰੇ ਕੋਲੋਂ ਉਹ ਨਹੀਂ ਹੋ ਪਾਏਗਾ। ਮੈਂ ਜਿਸ ਤਰ੍ਹਾਂ ਸੇਵਾ ਕਰ ਸਕਦੀ ਹਾਂ, ਆਵਾਜ਼ ਬੁਲੰਦ ਕਰ ਸਕਦੀ ਹਾਂ, ਲੋਕਾਂ ਨੂੰ ਜਾਗਰੂਕ ਕਰ ਸਕਦੀ ਹਾਂ, ਮੈਨੂੰ ਲੱਗਦਾ ਕਿ ਮੇਰਾ ਬੈਸਟ ਵੇ ਹੈਗਾ। ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਇਸੇ ਤਰ੍ਹਾਂ ਹੀ ਤੁਸੀਂ ਸਮਾਜ ਸੇਵਾ ਕਰਦੇ ਰਹੋ। ਸੋ ਮੈਮ ਜੀ ਇੱਕ ਗੱਲ ਹੋਰ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਔਰਤਾਂ ਦੀ ਲੇਖਿਕਾਵਾਂ ਦੀ ਕਲਮ ਕਿੰਨੀ ਕੁ ਆਜ਼ਾਦ ਹੈ? ਜੋ ਇਸ ਵੇਲੇ ਹੈ, ਮੈਂ ਕੱਲ੍ਹ ਹੀ ਅਜੇ ਦੇਖ ਰਹੀ ਸੀਗੀ ਕਿ ਕੁਛ ਪਹਿਲਾਂ ਵੀ ਜਿਹੜੀਆਂ ਨੇ ਬਹੁਤ ਜ਼ਿਆਦਾ ਲਿਖਣ ਵਾਲੀਆਂ ਸੀਗੀਆਂ, ਉਹਨਾਂ ਲੇਡੀਜ਼ ਨੂੰ ਵੀ ਔਰ ਜਿਹੜੇ ਲੇਖਕ ਵੀ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਗਿਆ, ਹੁਣ ਵੀ ਪਾਇਆ ਗਿਆ। ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਅਣਐਲਾਨੀ ਜਿਹੜੀ ਸਾਰਿਆਂ ਨੂੰ ਇਹ ਮਹਿਸੂਸ ਹੁੰਦਾ, ਸਾਨੂੰ ਇਕੱਲਿਆਂ ਨੂੰ ਨਹੀਂ, ਜਿਹੜੇ ਬਹੁਤ ਸੀਨੀਅਰ ਪੱਤਰਕਾਰ ਨੇ ਜਾਂ ਬਹੁਤ ਬੁੱਧੀਜੀਵੀ ਨੇ, ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈਗਾ ਕਿ ਨਹੀਂ, ਕਿਤੇ ਨਾ ਕਿਤੇ ਕੁਛ ਨਾ ਕੁਛ ਗੜਬੜ ਜ਼ਰੂਰ ਹੈ। ਲਿਖਣਾ ਜਿਹੜਾ ਹੈ ਉਹ ਸਮਾਜ ਲਈ ਬਹੁਤ ਜ਼ਰੂਰੀ ਹੈ। ਸਮਾਜ ਨੂੰ ਅਵੇਅਰ ਕਰਨ ਵਾਸਤੇ ਲਿਖਣਾ ਬਹੁਤ ਜ਼ਰੂਰੀ। ਸ਼ਾਇਦ ਸਾਡੀਆਂ ਸਿਆਸੀ ਪਾਰਟੀਆਂ ਨੂੰ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਜ਼ਮ ਨਹੀਂ ਹੁੰਦੀਆਂ ਕਿਉਂਕਿ ਬਹੁਤ ਕੁਛ ਜਿਹੜਾ ਹੈ ਬੁੱਧੀਜੀਵੀ ਲਿਖਦੇ ਨੇ। ਬਹੁਤ ਮਾਹਰ ਬੰਦੇ ਬੈਠੇ ਨੇ ਜਿਹੜੇ ਬਹੁਤ ਚੀਜ਼ਾਂ ਡੀਪਲੀ ਸਮਝਦੇ ਨੇ ਔਰ ਡੀਪਲੀ ਸਮਝ ਕੇ ਉਹ ਲਿਖਦੇ ਨੇ। ਲੇਡੀਜ਼ ਦਾ ਤੇ ਮੈਨੂੰ ਲੱਗਦਾ ਹੈਗਾ ਕਿ ਬਹੁਤ ਅੱਛੀਆਂ ਲੇਖਕਾਵਾਂ ਨੇ, ਮਨਜੀਤ ਟਿਵਾਣਾ ਵਰਗੇ ਨੇ, ਬਹੁਤ ਅੱਛੇ ਨੇ, ਅੰਮ੍ਰਿਤਾ ਪ੍ਰੀਤਮ ਹੈ। ਬਾਕੀ ਦੇਖੋ, ਜਦੋਂ ਤੁਸੀਂ ਲਿਖਣ ਲੱਗਦੇ ਹੋ ਤੁਹਾਡਾ ਕ੍ਰਿਟਿਸਿਜ਼ਮ ਵੀ ਹੁੰਦਾ ਔਰ ਤੁਹਾਨੂੰ ਪ੍ਰੇਜ਼ ਵੀ ਲੋਕੀ ਕਰਦੇ ਨੇ, ਤਾਰੀਫ ਵੀ ਕਰਦੇ ਨੇ, ਪਿਆਰ ਵੀ ਦਿੰਦੇ ਨੇ, ਇੱਜ਼ਤ ਵੀ ਦਿੰਦੇ ਨੇ, ਕਈ ਵਾਰੀ ਗਾਲਾਂ ਵੀ ਪੈਂਦੀਆਂ, ਬਹੁਤ ਕੁਛ ਸਹਿਣਾ ਪੈਂਦਾ। ਪਰ ਇਹ ਹੈਗਾ ਕਿ ਜਦੋਂ ਔਰਤ ਲਿਖਦੀ ਹੈ, ਮੇਰਾ ਖਿਆਲ ਹੈ ਕਿ ਉਹ ਬਹੁਤ ਅੰਦਰੋਂ ਇਮੋਸ਼ਨਲੀ ਫੀਲ ਕਰਕੇ ਔਰ ਆਪਣੀਆਂ ਜਿੰਨੀਆਂ ਭਾਵਨਾਵਾਂ ਉਹ ਪਾ ਕੇ ਫੇਰ ਲਿਖਦੀ ਹੈ। ਲਿਖਣਾ ਵੀ ਚਾਹੀਦਾ, ਅੱਗੇ ਜ਼ਰੂਰ ਆਓ ਤੁਸੀਂ। ਜੀ ਬਿਲਕੁਲ। ਸੋ ਪ੍ਰਭਜੋਤ ਮੈਮ ਜੀ, ਸਾਡੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਇੰਨਾ ਵੱਡਾ ਮੈਂ ਸੰਦੇਸ਼ ਤੇ ਨਹੀਂ ਦੇ ਸਕਦੀ, ਪਰ ਇਹ ਹੈ ਕਿ ਜੇ ਤੁਸੀਂ ਸਮਾਜ ਦੇ ਵਿੱਚ ਵਿਚਰਨਾ ਜਿਹੜਾ ਹੈ ਸਾਡਾ ਸਾਰਿਆਂ ਦਾ ਬਹੁਤ ਇੱਕ ਸਹਿਜ ਹੋਣਾ ਚਾਹੀਦਾ। ਦੂਸਰਾ ਹੈਗਾ ਕਿ ਜੇ ਅਸੀਂ ਆਪਣੀਆਂ ਧੀਆਂ ਭੈਣਾਂ ਬੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਬਰਾਬਰਤਾ ਦਾ ਕਹਿੰਦੇ ਹਾਂ, ਜਾਂ ਤੇ ਮੇਰਾ ਬਹੁਤ ਇੱਕ ਕਲੀਅਰ ਮੈਸੇਜ, ਹੁਣ ਮੈਂ ਇੱਥੇ ਤੁਹਾਨੂੰ ਮੈਸੇਜ ਕਹਿ ਸਕਦੀ ਹਾਂ ਕਿ ਜਾਂ ਕੁੜੀ ਨੂੰ ਕੁੜੀ ਬਣਾ ਕੇ ਪਾਲੋ, ਜੇ ਮੁੰਡਾ ਕਹਿ ਕੇ ਪਾਲਦੇ ਹੋ ਤੁਸੀਂ ਆਪਣੀ ਬੇਟੀ ਦਾ, ਆਪਣੀ ਭੈਣ ਦਾ, ਆਪਣੀ ਧੀ ਦਾ, ਉਹਦਾ ਨੁਕਸਾਨ ਕਰਦੇ ਹੋ ਕਿਉਂਕਿ ਕੁੜੀ ਬਣਾ ਕੇ ਤੁਸੀਂ ਪਾਲਿਆ ਨਹੀਂ, ਮੁੰਡੇ ਵਰਗੀ ਬਰਾਬਰਤਾ ਤੁਸੀਂ ਉਹਨੂੰ ਦੇਣ ਦੀ ਹਿੰਮਤ ਨਹੀਂ ਰੱਖਦੇ, ਨਾ ਆਜ਼ਾਦੀ ਦੇ ਵਿੱਚ ਨਾ ਜਾਇਦਾਦ ਦੇ ਵਿੱਚ। ਬਿਲਕੁਲ ਸਹੀ ਕਿਹਾ। ਉਹ ਦੋਨੋਂ ਪਾਸੇ ਪਿਸ ਜਾਂਦੀ ਹੈ। ਤੁਹਾਡੀ ਬੇਟੀ ਹੀ ਸਫਰ ਕਰਦੀ ਹੈ। ਤੁਸੀਂ ਬਹੁਤ ਧਿਆਨ ਨਾਲ ਇੱਕ ਵਾਰੀ ਜ਼ਰੂਰ ਸੋਚੋ ਕਿ ਆਪਣੀ ਬੇਟੀ ਨੂੰ ਬੇਟੀ ਬਣਾ ਕੇ ਜੇ ਪਾਲਣਾ ਤੇ ਫਿਰ ਬੇਟੀ ਬਣਾ ਕੇ ਹੀ ਪਾਲੋ, ਉਹਨੂੰ ਪੁੱਤ ਬਣਾ ਕੇ ਜਾਂ ਪੁੱਤ ਕਹਿ ਕੇ
ਮੁੜ ਕੇ ਤੁਸੀਂ ਉਹਦੇ ਤੇ ਪੂਰਾ ਨਹੀਂ ਉਤਰਦੇ ਹੈਗੇ। 99% ਲੋਕ ਜਿਹੜੇ ਨੇ ਉਹ ਨਹੀਂ ਉਤਰਦੇ। ਦੂਸਰਾ ਹੈ ਆਲੇ ਦੁਆਲੇ ਜੋ ਵੀ ਕੁਛ ਹੁੰਦਾ ਆਵਾਜ਼ ਜ਼ਰੂਰ ਚੁੱਕੋ। ਹਾਂਜੀ ਬਿਲਕੁਲ। ਜਿੰਨੀ ਵੀ ਚੁੱਕ ਸਕਦੇ ਹੋ ਜ਼ਰੂਰ ਚੁੱਕੋ। ਬਹੁਤ ਮਤਲਬ ਮੈਨੂੰ ਇਹ ਲੱਗਦਾ ਹੈਗਾ ਕਿ ਲੜਨਾ ਜਿਹੜਾ ਹੈ ਉਹ ਤੇ ਨਹੀਂ ਅਸੀਂ ਕਵਾਂਗੇ, ਪਰ ਜਿੰਨੀ ਕੁ ਚੁੱਕ ਸਕਦੇ ਹੋ, ਜੇ ਲਿਖ ਸਕਦੇ ਹੋ ਲਿਖੋ, ਜੇ ਬੋਲ ਸਕਦੇ ਹੋ ਬੋਲੋ, ਜੇ 4 ਬੰਦਿਆਂ ਨੂੰ ਜਾਗਰੂਕ ਕਰ ਸਕਦੇ ਹੋ ਤੇ ਜਾਗਰੂਕ ਕਰੋ। ਜੇ ਅਸੀਂ ਜਾਗਰੂਕ ਹੋਵਾਂਗੇ, ਅਸੀਂ ਆਪ ਅੱਛੇ ਹੋਵਾਂਗੇ, ਆਪਣੇ ਫਰਜ਼ ਸਮਝਾਂਗੇ, ਅਸੀਂ ਅੱਛੀ ਸਰਕਾਰ ਬਣਾ ਸਕਦੇ ਹਾਂ, ਅੱਛੀ ਸਰਕਾਰ ਚੁਣਾਂਗੇ। ਔਰ ਅੱਛਾ ਫਿਰ ਹੀ ਹੋਏਗਾ। ਜੇ ਅਸੀਂ ਇਹ ਕਹੀਏ ਕਿ ਅਸੀਂ ਕਿਕਰਾਂ ਬੀਜ ਲਈਏ ਤੇ ਅੰਬ ਖਾਈਏ, ਇਹ ਨਹੀਂ ਹੋਏਗਾ। ਜਿੱਦਾਂ ਦੀ ਸਰਕਾਰ ਚੁਣਾਂਗੇ ਉਹੋ ਜਿਹਾ ਅੱਗੇ ਸਰਕਾਰੀ ਤੰਤਰ ਹੋਏਗਾ। ਉਹ ਸਰਕਾਰੀ ਤੰਤਰ ਫਿਰ ਸਾਡੇ ਨਾਲ ਕੀ ਕਰਦਾ ਉਹ ਸਾਨੂੰ ਪਤਾ। ਜਦੋਂ ਸਾਡੀਆਂ ਜੁੱਤੀਆਂ ਟੁੱਟ ਜਾਂਦੀਆਂ, ਕੱਸ ਜਾਂਦੀਆਂ, ਦਫ਼ਤਰਾਂ ਦੇ ਚੱਕਰ ਮਾਰਦੇ ਆ। ਹਾਂਜੀ ਬਿਲਕੁਲ, ਇਹ ਬਹੁਤ ਵਧੀਆ ਸੰਦੇਸ਼ ਦਿੱਤਾ ਤੁਸੀਂ ਸਾਡੇ ਸੁਣ ਰਹੇ ਸਰੋਤਿਆਂ ਨੂੰ। ਸੋ ਪ੍ਰਭਜੋਤ ਮੈਮ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਬੀਤ ਗਿਆ। ਸੋ ਬਹੁਤ ਵਧੀਆ ਲੱਗਾ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ। ਉਮੀਦ ਹੈ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗਾ ਹੋਵੇਗਾ। ਸੋ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ, ਆਪਣਾ ਕੀਮਤੀ ਸਮਾਂ ਕੱਢਿਆ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰੇ ਜਿਹੜੇ ਸਰੋਤੇ ਨੇ ਉਹਨਾਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਜਿਉਂਦੇ ਜਾਗਦੇ ਰਹੋ। ਸੋ ਇਹ ਸੀ ਪ੍ਰਭਜੋਤ ਕੌਰ ਢਿੱਲੋਂ। ਜਲਦ ਹੀ ਇੱਕ ਹੋਰ ਲੇਖਿਕਾ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੀ। ਸੋ ਜਿਨ੍ਹਾਂ ਨੇ ਪਹਿਲੇ ਐਪੀਸੋਡ ਨਹੀਂ ਸੁਣੇ ਉਹ ਸਪੈਸ਼ਲ ਇੰਟਰਵਿਊ ਪਲੇਲਿਸਟ ਵਿੱਚ ਜਾ ਕੇ ਸੁਣ ਸਕਦੇ ਨੇ। ਆਪਣੇ ਵਿਚਾਰ ਜ਼ਰੂਰ ਦੇਣਾ ਜੀ। ਤਦ ਤੱਕ ਲਈ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹੱਸਦੇ ਰਹੋ, ਵਸਦੇ ਰਹੋ, ਖਿਆਲ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ। ਧੰਨਵਾਦ ਜੀ।